ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਰਜਿੰਦਰ ਸਿੰਘ ਬਿਲਗਾ। ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ। ਦੋਸਤੋ, ਤੁਹਾਡੇ ਲਈ ਇੱਕ ਤਾਜ਼ਾ ਖਬਰ ਹੈ ਕਿ ਸਰਦਾਰ ਮੋਹਨ ਸਿੰਘ ਬਿਲਗਾ ਜੀ ਦਾ ਪਹਿਲਾ ਬਰਸੀ ਸਮਾਗਮ ਮੋਹਨ ਸਿੰਘ ਬਿਲਗਾ ਯਾਦਗਾਰ ਹਾਲ ਵਿਖੇ ਹੋਇਆ। ਇਹ ਯਾਦਗਾਰ ਹਾਲ ਪਰਿਵਾਰ ਵੱਲੋਂ ਆਉਣ ਵਾਲੇ ਸਮੇਂ 'ਚ ਲੋਕ ਹਿੱਤ ਕਰ ਦਿੱਤਾ ਜਾਵੇਗਾ, ਜਿੱਥੇ ਸਮਾਜ ਦੀ ਬਿਹਤਰੀ ਲਈ ਸਿਆਸੀ ਗਤੀਵਿਧੀਆਂ, ਵਿਦਿਅਕ ਕੋਚਿੰਗ, ਸੈਮੀਨਾਰ, ਪ੍ਰੈਸ ਕਾਨਫਰੰਸ ਕੀਤੇ ਜਾਣ ਦਾ ਪ੍ਰਬੰਧ ਹੋਵੇਗਾ। ਜੋ ਬਿਲਗਾ ਵਿੱਚ ਇਹ ਆਪਣੇ ਆਪ ਵਿੱਚ ਹਾਲ ਪਹਿਲਾ ਹੋਵੇਗਾ, ਜਿੱਥੇ ਇੱਕ ਛੱਤ ਹੇਠ ਇਹ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਆਓ ਇਸ ਯਾਦਗਾਰ ਹਾਲ ਦੇ ਵਿੱਚ ਮਨਾਏ ਗਏ ਪਹਿਲੇ ਬਰਸੀ ਸਮਾਗਮ ਦੇ ਸੰਬੰਧ ਵਿੱਚ ਵੱਖ-ਵੱਖ ਬੁਲਾਰਿਆਂ ਨੇ ਮੋਹਨ ਸਿੰਘ ਬਿਲਗਾ ਦੇ ਸੰਘਰਸ਼ਮਈ ਜੀਵਨ ਦੇ ਬਾਰੇ ਕੀ ਕਿਹਾ, ਤੁਸੀਂ ਵੀ ਸੁਣੋ। परिवार ने श्री सुखमनी साहिब जी के जाप करवाए हैं। उपरंत अरदास बेनती हुई है। सो जिथे सतगुरु जी का प्रकाश है, सरदार मोहन सिंह जी उन्होंने दी अंतिम अरदास दे परिवार वालों निर्णय लिया गया सी कि उन्होंने दी याद विच कि जिथे प्रकाश है सतगुरु जी का ये मीटिंग हाल में संजोगी के रूप में लंबी सेवा निभाई है अते लोड़वंदां दी सेवा करते रहे हैं। उन्हां दे दसे हुए मार्ग ते चलदियां उन्हां दा परिवार लोड़वंदां दी सेवा करदा आ रहा है और परिवार ने अगे तो इस गल की स्वर्गवासी सरदार मोहन सिंह जी उन्होंने दसे हुए मार्ग के चलदियां इन्हां दा समुचा परिवार समाज सेवी लोड़वंदां की सेवा वास्ते हाजिर रहेगा। सो अगले प्रोग्राम वास्ते सुरेंद्रपाल सिंह जी उन्होंने बेनती है कि वो स्टेज पर आ जान। तकरीबन अद्धे घंटे वास्ते आप जी को बुलारे अपनियां विचारां द्वारा निहाल करनगे। अगला प्रोग्राम आप जी को सुरेंद्रपाल जी सरवण कराउणगे जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। जिस तरह के सिंह साहबान ने सानू दस्सिया कि सरदार मोहन सिंह जी पिछले साल 14 जुलाई में सदीवी बसोड़ा दे गए सन, तो उन्होंने याद विच परिवार ने ये जिहड़ा कमरा बनाया, तो ये लोगों ने परपत लई उन्होंने याद विच ये बनाया। तो पिछले भी ये समाज सेवा च परिवार जिहड़ा योगदान पाउंदा आ रहा, ते अगे तो भी इन्होंने कहा कि लोड़वंदां की जी मदद करते रहेंगे। सो गर्मी भी बहुत है, मैं कुछ चंद को लाया मैं बेनती करांगा, उस तो बाद आप छेती समाप्ति करांगे। तो सब तो पहला मैं बेनती करांगा सरदार बलवीर सिंह जी दोसांझ वो माइक पे आके अपनी गल रखन। सरदार बलवीर सिंह जी गुरु ग्रंथ साहिब जी की लिपि बोल अंदर स्वर्गवासी सरदार मोहन सिंह जी उन्होंने सालाना बरसी मनाउंदियां होया साध संगत जी ने हाजिरियां भरियां। सब नूं वाहिगुरू जी का खालसा, वाहिगुरू जी की फतेह। जिस तरह साडे सत्कारयोग ग्रंथी साहिबान उन्होंने गुरबाणी दीयां तुकां बोलियां, बाबाणियां कहानियां पुत सपूत करें। असी हमेशा गुरबाणी को सेध लैके
ਗੁਰਬਾਣੀ ਦੇ ਅਨੁਸਾਰ ਜਦੋਂ ਚੱਲਦੇ ਹਾਂ ਤੇ ਸੰਸਾਰ ਤੋਂ ਬਹੁਤ ਕੁਝ ਚੰਗਾ ਲੈ ਕੇ ਜਾਂਦੇ ਹਾਂ। ਸੋ ਅੱਜ ਇਸ ਪਰਿਵਾਰ ਨੇ ਆਪਣੇ ਪਿਤਾ ਜੀ ਤੇ ਸਾਡੇ ਸਤਿਕਾਰਯੋਗ ਚਾਚਾ ਜੀ ਜਿਨ੍ਹਾਂ ਦੇ ਜੀਵਨ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੀ ਸਾਲਾਨਾ ਬਰਸੀ ਮਨਾਈ ਹੈ। ਇਹ ਇੱਕ ਬਹੁਤ ਚੰਗਾ ਉਪਰਾਲਾ, ਕਿਉਂਕਿ ਜਦੋਂ ਇਨਸਾਨ ਇਸ ਸੰਸਾਰ ਤੋਂ ਜਾਂਦਾ ਤਾਂ ਬਹੁਤ ਕੁਝ ਚੰਗਾ ਛੱਡ ਕੇ ਜਾਂਦਾ। ਉਹਨਾਂ ਦਾ ਜੀਵਨ ਬਹੁਤ ਹੀ ਸੰਘਰਸ਼ਮਈ, ਕਿਰਤ ਮਿਹਨਤ, ਸਮਾਜ ਸੇਵਾ ਤੇ ਹੋਰ ਬਹੁਤ ਕੁਝ ਉਹਨਾਂ ਦੇ ਹਿੱਸੇ ਆਇਆ। ਉਹਨਾਂ ਨੇ ਸਾਰੇ ਹੀ ਧਰਮਾਂ ਦੇ ਬਹੁਤ ਸਾਰਾ ਲਿਟਰੇਚਰ ਵੀ ਪੜ੍ਹਦੇ ਰਹਿਣਾ ਤੇ ਕਈ ਵਾਰੀ ਉਹਦੇ ਤੇ ਵਿਚਾਰਾਂ ਵੀ ਕਰਦੇ ਰਹਿੰਦੇ ਸੀ। ਸੋ ਇਹੋ ਜਿਹੇ ਇਨਸਾਨਾਂ ਦੇ ਜੀਵਨ ਤੇ ਝਾਤ ਮਾਰਨੀ ਬਣਦੀ ਆ ਤੇ ਉਸ ਤੋਂ ਹੀ ਸੇਧ ਲੈ ਕੇ ਇਹ ਪਰਿਵਾਰ ਜਿਹੜਾ ਅੱਗੇ ਉਹਨਾਂ ਦੇ ਜੀਵਨ ਦੇ ਫਲਸਫੇ ਨੂੰ ਅੱਗੇ ਵਧਾ ਰਿਹਾ, ਇਸ ਲਈ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਹੈ। ਸੋ ਜਿਸ ਤਰ੍ਹਾਂ ਉਹਨਾਂ ਨੇ ਕਿਰਤ ਕਰਕੇ ਆਪਾਂ ਸੇਧ ਲੈਣੀ ਆ ਕਿ ਉਹਨਾਂ ਨੇ ਪਰਿਵਾਰ ਦੀ ਪਰਵਰਿਸ਼ ਕੀਤੀ ਤੇ ਫਿਰ ਸਮਾਜ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਰਹੇ। ਫਿਰ ਇੱਕ ਚੰਗੀ ਸਿਆਸਤ ਲਈ ਵੀ ਉਹਨਾਂ ਨੇ ਬੜਾ ਸਮਾਂ ਕੱਢਿਆ। ਸੋ ਇਸ ਤਰ੍ਹਾਂ ਸੰਸਾਰ ਤੇ ਆਉਣ ਜਾਣ ਹੈ, ਹਮੇਸ਼ਾ ਜੋ ਆਇਆ ਉਸਨੇ ਜਾਣਾ, ਪਰ ਚੰਗਾ ਕਰਮ ਕਰਕੇ ਜਾਵੇ। ਜਿਸ ਤਰ੍ਹਾਂ ਭਗਤ ਕਬੀਰ ਜੀ ਹੁਣਾਂ ਦਾ ਸ਼ਲੋਕ ਹੈ, ਕਬੀਰ जब हम आए जगत में जग हंसा हम रोए, ऐसी करनी कर चलो हम हंसे जग रोए। सो ਉਹਨਾਂ ਦੇ ਜਾਣ ਨਾਲ ਵੈਸੇ ਤਾਂ ਪਰਿਵਾਰ ਦੇ ਵਿੱਚ ਬੜੀਆਂ ਘਾਟਾਂ ਹੁੰਦੀਆਂ, ਪਰ ਉਹ ਇੱਕ ਚੰਗੀ ਸੇਧ ਦੇ ਕੇ ਗਏ ਆ। ਉਹਨਾਂ ਦੀ ਯਾਦ ਨੂੰ ਲੈ ਕੇ ਇਹ ਪਰਿਵਾਰ ਜੋ ਅੱਜ ਉਹਨਾਂ ਨੇ ਓਟ ਆਸਰਾ ਲਿਆ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹਨ ਤੇ ਅੱਗੇ ਸਾਡੇ ਗ੍ਰੰਥੀ ਸਾਹਿਬਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਹਾਲ ਆ, ਇੱਕ ਮੀਟਿੰਗ ਹਾਲ ਬਣਾਇਆ ਗਿਆ। ਇਹ ਇੱਕ ਚੰਗਾ ਉਪਰਾਲਾ ਆ, ਜਿੱਥੇ ਅਸੀਂ ਸਮਾਜ ਸੇਵਾ ਲਈ ਜਾਂ ਹੋਰ ਕੰਮਾਂ ਕਾਰਾਂ ਲਈ ਇੱਥੇ ਉਹ ਪਰਿਵਾਰ ਤੇ ਹੋਰ ਸਾਰੇ ਬੁੱਧੀਜੀਵੀ ਆ ਕੇ ਵਿਚਾਰਾਂ ਕਰਿਆ ਕਰਨਗੇ। ਇਹ ਬਹੁਤ ਚੰਗਾ ਉਪਰਾਲਾ ਹੈ। ਸੋ ਮੈਂ ਹੁਣ ਬਹੁਤਾ ਸਮਾਂ ਨਾ ਲਵਾਂ। ਮੈਂ ਸਵਰਗਵਾਸੀ ਸਰਦਾਰ ਮੋਹਨ ਸਿੰਘ ਜੀ ਹੁਣਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਤੇ ਆਈ ਹੋਈ ਸਮੁੱਚੀ ਸੰਗਤ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਗਰਮੀ ਦੇ ਵਿੱਚ ਸਮਾਂ ਕੱਢਿਆ। ਸੋ ਵਾਹਿਗੁਰੂ ਜੀ ਕਾ ਖਾਲਸਾ। ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦੀ ਯਾਦ ਵਿੱਚ ਬੈਠੇ ਹਾਂ ਜਿਨ੍ਹਾਂ ਤੋਂ ਹਮੇਸ਼ਾ ਅਸੀਂ ਕੁਝ ਸਿੱਖਿਆ ਹੀ ਹੈ। ਬਹੁਤ ਚਿਰ ਬੈਠਣ ਦਾ ਸਮਾਂ ਮਿਲਿਆ ਉਹਨਾਂ ਦੇ ਕੋਲ। ਇੱਕ ਸੰਘਰਸ਼ਮਈ ਜੀਵਨ ਬਿਤਾ ਕੇ ਗਏ ਹਨ। ਉਹਨਾਂ ਦੇ ਪਿਤਾ ਜੀ ਵੀ ਸਰਦਾਰ ਪਾਕਰ ਸਿੰਘ ਜੀ ਤੇ ਉਹਨਾਂ ਦੇ ਮਾਤਾ ਜੀ ਵੀ। ਸਾਨੂੰ ਪਤਾ ਹੈ ਕਿ ਅਸੀਂ ਉਹਨਾਂ ਹਾਲਾਤਾਂ 'ਚੋਂ ਕਿਵੇਂ ਲੰਘੇ ਹਾਂ, ਪਰ ਉਹਨਾਂ ਨੇ ਸਾਨੂੰ ਉਹ ਸਿੱਖਿਆ ਦਿੱਤੀ ਜਿਹੜੀ ਅਸੀਂ ਸਾਡੇ ਕੋਲ ਇੱਕ ਮਹਾਨ ਹਸਤੀ ਆ ਸਾਡੇ ਵਿਚਕਾਰ ਨਹੀਂ ਹੈ। ਸਾਨੂੰ ਹੋਰ ਕਿਸੇ ਤੋਂ ਬਹੁਤ ਘੱਟ ਆਸ ਹੈ। ਸਮਾਜ ਦੀ ਬਿਹਤਰੀ ਲਈ ਉਹਨਾਂ ਨੇ ਸਿਆਸੀ ਜੀਵਨ ਵਿੱਚ ਵੀ ਬਹੁਤ ਵੱਡਾ ਘੋਲ ਕੀਤਾ। ਇਹਨਾਂ ਲੁਟੇਰਿਆਂ ਦੀ ਲੁੱਟ ਨੂੰ ਉਹ ਸ਼ਰੇਆਮ ਦੱਸਦੇ ਰਹੇ ਲੋਕਾਂ ਨੂੰ, ਸਾਨੂੰ ਵੀ ਦੱਸਦੇ ਰਹੇ ਕਿ ਜੇ ਹੁਣ ਨਾ ਕੁਛ ਕੀਤਾ ਤਾਂ ਫਿਰ ਇਹ ਕਦੀ ਵੀ ਨਹੀਂ ਹੋਣ ਵਾਲਾ। ਪਰ ਕੁਦਰਤ ਦਾ ਜੋ ਨਿਯਮ ਹੈ, ਮੇਰੇ ਤੋਂ ਪਹਿਲਾਂ ਸਰਦਾਰ ਬਲਵੀਰ ਸਿੰਘ ਜੀ ਬਹੁਤ ਹੀ ਬਿਹਤਰ ਤਰੀਕੇ ਨਾਲ ਦੱਸ ਕੇ ਗਏ ਹਨ। ਉਹਨਾਂ ਨੇ ਕੋਈ ਗੱਲ ਮੇਰੇ ਕਹਿਣ ਵਾਲੀ ਛੱਡੀ ਤਾਂ ਨਹੀਂ। ਫਿਰ ਵੀ ਅਸੀਂ ਅੱਜ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ
ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਜੋ ਉਹ ਸੋਚਦੇ ਸਨ ਅਸੀਂ ਉਹਨਾਂ ਦੀ ਸੋਚ ਮੁਤਾਬਕ ਆਪਣਾ ਜੀਵਨ ਕਰ ਸਕੀਏ, ਸਮਾਜ ਨੂੰ ਸੇਧ ਦੇ ਸਕੀਏ। ਇੱਕ ਬੜੇ ਹੀ ਧਾਰਮਿਕ ਇਨਸਾਨ ਸੰਤ ਮਸਕੀਨ ਜੀ ਦੀ ਇੱਕ ਕੋਟੇਸ਼ਨ ਮੈਨੂੰ ਭੇਜੀ ਗਈ, ਬਹੁਤ ਹੀ ਵਧੀਆ ਲੱਗਾ। ਉਹ ਕਹਿੰਦੇ ਹਨ ਕਿ ਜੇ ਤੁਹਾਡੇ ਚੰਗੇ ਕੰਮ ਕਰਦਿਆਂ ਵੀ ਤੁਹਾਡੇ ਤੇ ਕੋਈ ਸ਼ੱਕ ਕਰਦਾ ਹੈ ਤਾਂ ਕਰਨ ਦਿਓ, ਕਿਉਂਕਿ ਸੋਨੇ ਦੀ ਸ਼ੁੱਧਤਾ ਤੇ ਹੀ ਸ਼ੱਕ ਹੁੰਦੀ ਹੈ, ਕੋਲੇ ਦੀ ਕਾਲਖ ਤੇ ਕੋਈ ਸ਼ੱਕ ਨਹੀਂ ਕਰਦਾ। ਅੱਜ ਉਹਨਾਂ ਦਾ ਜੀਵਨ ਜਦੋਂ ਸਾਡੇ ਦਰਮਿਆਨ ਨਹੀਂ ਹੈ ਤਾਂ ਸਾਨੂੰ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ ਹਨ ਕਿ ਉਹ ਸੋਨੇ ਦੀ ਸ਼ੁੱਧਤਾ ਵਾਲਾ ਹੀ ਜੀਵਨ ਜੀ ਕੇ ਗਏ, ਸਮਾਜ ਨੂੰ ਉਹ ਸੇਧ ਦੇ ਕੇ ਗਏ ਹਨ। ਉਹਨਾਂ ਦੇ ਬੱਚਿਆਂ ਤੇ ਉਹਨਾਂ ਦੀ ਸੇਧ ਦਿੱਤੀ ਦਾ, ਉਹਨਾਂ ਦਾ ਬੈਠਣ ਉੱਠਣ ਦਾ ਪੂਰਾ ਸਾਨੂੰ ਲਕਸ਼ ਦਿਸਦਾ ਹੈ। ਕਿੰਨੇ ਅੱਛੇ ਗਾਂ ਪਰਿਵਾਰ ਹਨ। ਅੱਜ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਫਿਰ ਕਿਤੇ ਬੈਠਾਂਗੇ ਤੇ ਉਹਨਾਂ ਦੇ ਜੀਵਨ ਤੇ ਜ਼ਰੂਰ ਦੋ ਚਾਰ ਹੋਰ ਗੱਲਾਂ ਕਰਾਂਗੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੋਏ ਮੇਰੇ ਵੀਰੋ ਤੇ ਭੈਣੋ, ਆਪਾਂ ਅੱਜ ਜਿੱਥੇ ਇੱਕ ਮਹਾਨ ਸ਼ਖਸੀਅਤ ਕਹਿ ਸਕਦੇ ਹਾਂ, ਜਿਸ ਸਮੇਂ ਦੇ ਉਹਨਾਂ ਨੇ ਮੈਟ੍ਰਿਕ ਕੀਤੀ, ਉਸ ਸਮੇਂ ਆਮ ਤੌਰ ਤੇ ਬਹੁਤ ਘੱਟ ਆਪਾਂ ਜਾਣਦੇ ਜਿਹੜੇ 60 ਸਾਲ ਤੋਂ ਉੱਤੇ ਬੈਠੇ ਲੋਕ ਨੇ, ਬਹੁਤ ਘੱਟ ਲੋਕ ਸਕੂਲਾਂ ਵਿੱਚ ਜਾਂਦੇ ਸੀ। ਇਸ ਸ਼ਖਸ ਨੇ ਜਿੱਥੇ ਮੈਟ੍ਰਿਕ ਕੀਤੀ 60-61 ਦੇ ਲਾਗੇ ਛਾਗੇ। ਉਸ ਤੋਂ ਬਾਅਦ ਅਸੀਂ ਜੋ ਕੁਛ ਦੇਖਿਆ, ਅੱਜ ਵੀ ਵੈਸੇ ਤਾਂ ਯੁੱਗ ਉੱਦਾਂ ਦਾ ਹੀ ਹੈ ਬਈ, ਖਾਸ ਕਰਕੇ ਗਰੀਬ ਬੰਦੇ ਨੂੰ ਜਿੱਥੇ ਬੋਲਣ ਦਾ ਵੀ ਅਧਿਕਾਰ ਨਹੀਂ ਸੀ, ਉਸ ਸਮੇਂ ਵੀ ਇਹਨਾਂ ਨੇ ਇਲੈਕਸ਼ਨ ਵੀ ਲੜੀ ਐਮਐਲਏ ਦੀ। ਉਸ ਤੋਂ ਬਾਅਦ ਜੋ ਕੁਛ ਦੇਖਣ ਨੂੰ ਅੱਜ ਇੱਕ ਉਦਾਹਰਣ ਪੇਸ਼ ਕੀਤੀ ਇਸ ਪਰਿਵਾਰ ਨੇ। ਕਹਿੰਦੇ ਨੇ ਹੁਣ ਤਾਂ ਵੈਸੇ ਯੁੱਗ ਇੱਦਾਂ ਦਾ ਆ ਗਿਆ ਕਿ ਬਹੁਤ ਸਾਰੇ ਮਾਪੇ, ਆਪਾਂ ਸਾਰੇ ਮਾਪੇ ਬੈਠੇ ਹਾਂ ਵੀ ਬੱਚਿਆਂ ਨੂੰ ਆਪਣੇ ਦਾਦੇ ਪੜਦਾਦਿਆਂ ਦੇ ਨਾਂ ਨਹੀਂ ਪਤਾ। ਇਹ ਪਰਿਵਾਰ ਜਿੱਥੇ ਇੱਕ ਨਵੀਂ ਪਿਰਤ ਪਾ ਰਿਹਾ, ਆਸ ਕਰਦੇ ਹਾਂ ਸਮਾਂ ਘੱਟ ਹੈ ਵੀ ਇਸ ਤਰ੍ਹਾਂ ਦੇ ਔਲਾਦ ਆਪਣੇ ਮਾਪਿਆਂ ਦਾ ਚੰਗਾ ਕੀਤਾ ਹੋਇਆ ਕੰਮ ਸਮਾਜ ਦੇ ਵਿੱਚ ਉਜਾਗਰ ਕਰਨ ਦੇ ਲਈ, ਅੱਛਾ ਸਮਾਜ ਸਿਰਜਣ ਦੇ ਲਈ ਜੋ ਉਪਰਾਲਾ ਇਹਨਾਂ ਛੋਟੇ ਬੱਚਿਆਂ ਨੇ ਕੀਤਾ। ਮੈਨੂੰ ਜਦੋਂ ਫੋਨ ਕੀਤਾ ਸਵੇਰੇ ਤਾਂ ਮੈਂ ਬੜਾ ਖੁਸ਼ ਹੋਇਆ। ਆਮ ਬੰਦੇ ਆਪਾਂ ਜ਼ੋਰ ਪੈਸ਼ਨ ਗੱਲਾਂ ਤੇ ਜ਼ਿਆਦਾ ਲਗਾ ਦਿੰਦੇ ਹਾਂ, ਬੜਾ ਖਰਚ ਕਰਦੇ ਹਾਂ। ਆਪਣੀ ਮਿਹਨਤ ਦੇ ਵਿੱਚੋਂ ਸਮਾਜ ਦੇ ਲਈ ਕੋਈ ਉਦਾਹਰਨ ਦੇ ਕੇ ਚੱਲ ਜਾਣਾ। ਜਿੱਥੇ ਆਪਾਂ ਹੁਣ ਬੈਠੇ ਹਾਂ, ਮੇਰਾ ਖਿਆਲ ਹੈ ਇੱਥੇ ਬੱਚੇ ਵੀ ਪੜ੍ਹਨਗੇ, ਇੱਥੇ ਕੋਈ ਗਿਆਨ ਦੀ ਗੱਲ ਵੀ ਹੋਏਗੀ, ਖੁਸ਼ੀ ਦੀ ਗੱਲ ਹੈ। ਮੈਂ ਜਿੱਥੇ ਬੋਲਣ ਨੂੰ ਬੜਾ ਕੁਛ ਹੈ, ਇੱਕ ਤਕੀਦ ਕਰੂੰਗਾ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਬਈ, ਸਿਆਣੇ ਲੋਕ ਕਹਿੰਦੇ ਨੇ ਜੇ ਤੁਸੀਂ ਆਪਣੇ ਬੱਚੇ ਨੂੰ ਉਪਹਾਰ ਨਾ ਦੇ ਸਕੋ, ਕੋਈ ਗਿਫਟ ਨਾ ਦੇ ਸਕੋ, ਕੋਈ ਗੱਲ ਨਹੀਂ, ਉਹ ਇੱਕ ਅੱਧੇ ਮਿੰਟ ਲਈ ਰੋ ਲਊਗਾ। ਜੇ ਉਹਨੂੰ ਸੰਸਕਾਰ ਨਹੀਂ ਦਿਓਗੇ ਤਾਂ ਉਹ ਸਾਰੀ ਉਮਰ ਰੋਏਗਾ। ਆਪਾਂ ਇਸ ਗੱਲੋਂ ਬਹੁਤ ਪਛੜ ਗਏ ਹਾਂ, ਤਰੱਕੀ ਨਜ਼ਰ ਆਉਂਦੀ ਹੈ, ਪਰ ਮੈਂ ਆਸ ਰੱਖਾਂਗਾ ਇਸ ਤਰ੍ਹਾਂ ਦੀਆਂ ਉਦਾਹਰਨਾਂ ਪਿੰਡ ਦੇ ਵਿੱਚ ਜੇ ਆਪਾਂ ਦੇਵਾਂਗੇ ਤਾਂ ਬਹੁਤ ਹੀ ਇੱਕ ਵਧੀਆ ਉਪਰਾਲਾ ਇਹਨਾਂ ਨੇ ਕੀਤਾ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਜਿੱਥੇ ਵਿਛੜੀ ਹੋਈ ਆਤਮਾ ਨੂੰ ਇਹਨਾਂ ਦਾ ਸਾਲਾਨਾ ਬਰਸੀ ਮਨਾਉਣ ਦੇ ਉੱਤੇ ਧੰਨਵਾਦ ਕਰਦਾ। ਆਸ ਕਰਦਾ ਕਿ ਇਹ ਉਸੇ ਤਰ੍ਹਾਂ ਆਪਣੇ ਪਿਤਾ ਜੀ ਦੀ ਵਿਰਾਸਤ ਜਿਹੜੀ ਹੈ ਉਸ ਨੂੰ ਚਾਲੂ ਰੱਖਣਗੇ। ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗੀ ਸਰਦਾਰ ਮੋਹਨ ਸਿੰਘ ਜੀ ਦੀ ਪਹਿਲੀ ਬਰਸੀ ਤੇ ਯਾਦ ਕਰਦਿਆਂ ਉਹਨਾਂ ਦੇ ਪਰਿਵਾਰ ਨੇ, ਸਾਡੇ ਰਜਿੰਦਰ ਸਿੰਘ ਜੀ, ਰਾਮਪਾਲ ਜੀ ਜੋ ਕਿ ਮੇਰੇ ਕਲਾਸਮੇਟ ਹੀ ਹੈ, ਔਰ ਦੂਸਰੇ ਛੋਟੇ ਭਰਾਵਾਂ ਨੇ ਇੱਕ ਉਹਨਾਂ ਦੀ ਬਰਸੀ ਤੇ ਯਾਦ ਕਰਦਿਆਂ ਉਹਨਾਂ ਦੀ ਬਰਸੀ ਮਨਾਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਆ। ਸਾਰੇ ਭਾਈਚਾਰੇ ਨੂੰ ਵਧੀਆ ਸੰਕੇਤ ਦਿੱਤਾ ਆ। ਔਰ ਸਰਦਾਰ ਮੋਹਨ ਸਿੰਘ ਜੀ, ਕਿਉਂਕਿ ਮੈਂ ਕਾਫੀ ਦੇਰ ਤੋਂ ਉਹਨਾਂ ਨੂੰ ਜਾਣਦਾ ਆ,
ਮੇਰੇ ਫਾਦਰ ਦੇ ਕਲਾਸਮੇਟ ਵੀ ਸੀਗੇ, ਇਕੱਠਿਆਂ ਨੇ ਮੈਟ੍ਰਿਕ ਕੀਤੀ। ਉਹ ਦੱਸਦੇ ਹੁੰਦੇ ਸੀ ਹਾਂ ਵੀ ਸਾਡੇ ਉੱਥੇ ਘਰ ਆਉਂਦੇ ਹੁੰਦੇ ਸੀ। ਔਰ ਜ਼ਿਆਦਾ ਮੈਂ ਇਹਨਾਂ ਨੂੰ ਜਾਣਨ ਲੱਗਿਆ ਜਦੋਂ 1983 ਦੇ ਵਿੱਚ ਪੰਚਾਇਤ ਇਲੈਕਸ਼ਨਾਂ ਹੋਈਆਂ। ਸਾਡੇ ਘਰ ਤਕਰੀਬਨ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ। ਇਹਦੇ ਵਿੱਚ ਮੋਹਨ ਸਿੰਘ ਜੀ, ਕਾਮਰੇਡ ਬਿਆਮ ਸਿੰਘ ਜੀ, ਇਹਨਾਂ ਦੇ ਦਾਦਾ ਜੀ ਕਾਮਰੇਡ ਸਾਹਿਬ ਦੇ, ਕਾਮਰੇਡ ਗੁਰਦੇਵ ਸਿੰਘ ਜੀ, ਹੋਰ ਸਾਰੇ ਜਿਹੜੇ ਸੂਝਵਾਨ ਬੰਦੇ ਸੀਗੇ, ਉੱਥੇ ਮੀਟਿੰਗਾਂ ਹੁੰਦੀਆਂ ਸੀ। ਔਰ ਵਧੀਆ ਸਾਰੇ ਤਰੀਕੇ ਦੇ ਨਾਲ ਉਹ ਇਲੈਕਸ਼ਨ ਸਾਰਿਆਂ ਨੇ ਲੜੀ ਆ। ਉਦੋਂ ਤੋਂ ਮੈਂ ਕਾਫੀ ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਦਾ, ਕਈ ਵਾਰ ਮੇਰੀ ਉਮਰ ਤਾਂ ਉਦੋਂ ਛੋਟੀ ਸੀ ਪਰ ਮੈਂ ਉਦੋਂ ਬਹੁਤ ਕੁਝ ਸਿੱਖਦਾ ਹੁੰਦਾ ਸੀ ਇਹਨਾਂ ਦੇ ਬਜ਼ੁਰਗਾਂ ਦੇ ਕੋਲ ਬਹਿ ਕੇ। ਹੁਣ ਵੀ ਜਦੋਂ ਕਿਤੇ ਕੋਈ ਗੱਲਬਾਤ ਹੋਣੀ, ਕੋਈ ਇਲੈਕਸ਼ਨ ਹੋਣੀ ਜਾਂ ਪਿੰਡ ਦਾ ਕੋਈ ਨਾ ਕੋਈ ਮਸਲਾ ਹੋਣਾ, ਇਹਨਾਂ ਨੇ ਕਈ ਵਾਰ ਉੱਥੇ ਸਾਡੇ ਕੋਲ ਉੱਥੇ ਸਾਡੇ ਘਰ ਆ ਜਾਣਾ, ਮੇਰੇ ਫਾਦਰ ਸਾਹਿਬ ਦੇ ਨਾਲ ਕਈ ਵਾਰੀ ਵਿਚਾਰ ਵਟਾਂਦਰਾ ਕਰਨਾ, ਅਗਲੀਆਂ ਪਿਛਲੀਆਂ ਗੱਲਾਂ ਕਰਨੀਆਂ। ਔਰ ਸਰਦਾਰ ਮੋਹਨ ਸਿੰਘ ਜੀ, ਜਿੰਨਾ ਕੁ ਮੈਨੂੰ ਪਤਾ, ਬਹੁਤ ਹੀ ਮਿਹਨਤੀ ਸੀ। ਪਹਿਲਾਂ ਇਹਨਾਂ ਨੇ ਮਿਸਤਰੀ ਸੀਗੇ, ਰਾਜਗਰੀ ਦਾ ਕੰਮ ਕੀਤਾ, ਹੱਥੀਂ ਮਿਹਨਤ ਕੀਤੀ ਬਹੁਤ ਜ਼ਿਆਦਾ। ਫਿਰ ਖੇਤੀ ਕਰਦੇ ਵੀ ਮੈਂ ਖੁਦ ਦੇਖਿਆ ਇਹਨਾਂ ਨੂੰ ਪੱਤੀ ਬੱਗਾ ਦੇ ਵਿੱਚ, ਔਰ ਸੋਸ਼ਲ ਕੰਮਾਂ ਦੇ ਵਿੱਚ ਵੀ ਮੋਹਰੇ ਹੋ ਕੇ ਹਿੱਸਾ ਲੈਂਦੇ ਸੀਗੇ। ਜਿੱਥੇ ਪਰਿਵਾਰ ਨੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਇਹ ਉਪਰਾਲਾ ਕੀਤਾ ਆ, ਮੀਟਿੰਗ ਹਾਲ ਬਣਾਇਆ ਆ, ਔਰ ਮੈਂ ਸਾਰੇ ਪਰਿਵਾਰ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਆ। ਔਰ ਇਸ ਵਿਛੜੀ ਰੂਹ ਨੂੰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਔਰ ਆਪਣੀ ਕਾਂਗਰਸ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੈਠੇ ਤੇ ਸਰਦਾਰ ਮੋਹਨ ਸਿੰਘ ਨੂੰ ਯਾਦ ਕਰਨ ਲਈ ਇਕੱਤਰ ਹੋਏ ਭੈਣੋ ਤੇ ਭਰਾਓ, ਸਾਥੀਆਂ ਨੇ ਮੋਹਨ ਸਿੰਘ ਉਹਨਾਂ ਦੀ ਜ਼ਿੰਦਗੀ ਬਾਰੇ ਬੜਾ ਕੁਝ ਕਿਹਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਇੱਕ ਮਜ਼ਦੂਰ ਪਰਿਵਾਰ ਦੇ ਵਿੱਚੋਂ ਉੱਠ ਕੇ ਜਦੋਂ ਸਾਡੇ ਸਮਾਜ ਦੇ ਵਿੱਚ ਜਾਤੀਵਾਦੀ ਭਿੰਨ ਭੇਦ ਬੜੇ ਹੋਣ, ਪਰਿਵਾਰ ਦੇ ਅੰਦਰ ਕੋਈ ਕਮਾਈ ਦਾ ਸਾਧਨ ਕੋਈ ਨਾ ਹੋਵੇ, ਫਿਰ ਹੱਥੀਂ ਕਿਰਤ ਕਰਕੇ ਆਪ ਤੇ ਆਪਣੇ ਪਰਿਵਾਰ ਨੂੰ ਸਮਾਜ ਦਾ ਹਾਣੀ ਬਣਾਉਣਾ, ਸਮਾਜ ਦੇ ਵਿੱਚ ਦੂਜਿਆਂ ਵਿਕਾਸ ਕਰ ਚੁੱਕੇ ਵਰਗਾਂ ਦੇ ਬਰਾਬਰ ਖੜੇ ਕਰਕੇ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨੀ, ਮੈਂ ਕਹਿੰਦਾ ਸਰਦਾਰ ਮੋਹਨ ਸਿੰਘ ਹੁਣਾਂ ਦਾ ਇੱਕ ਬਹੁਤ ਵੱਡਾ ਇਹ ਜ਼ਿੰਦਗੀ ਦਾ ਸਫ਼ਰ ਕਾਮਯਾਬ ਰਿਹਾ। ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਮਨੁੱਖ ਕਦੇ ਸੰਪੂਰਨ ਮਨੁੱਖ ਨਹੀਂ ਬਣ ਸਕਿਆ। ਜਦ ਤੋਂ ਮਨੁੱਖ ਪੈਦਾ ਹੋਇਆ ਅੱਜ ਤੱਕ ਬੜੇ ਮਤਭੇਦ ਹੋਣਗੇ, ਬੜੀਆਂ ਘਾਟਾਂ ਕਮਜ਼ੋਰੀਆਂ ਹਰੇਕ ਇਨਸਾਨ ਦੇ ਵਿੱਚ ਹੁੰਦੀਆਂ, ਪਰ ਸਾਨੂੰ ਇਹ ਵੀ ਮਾਣਨਾ ਕਹਿਣਾ ਪੈਂਦਾ ਵੀ ਸਰਦਾਰ ਮੋਹਨ ਸਿੰਘ ਇਸ ਸਮਾਜ ਦੇ ਅੰਦਰ ਅਗਾਂਹ ਵਧੂ ਅਸਾਰੂ ਸੋਚ ਵਾਲੀ ਖੱਬੀ ਸੋਚ ਦੇ ਧਾਰਨੀ ਬਣ ਕੇ ਜ਼ਿੰਦਗੀ ਦੇ ਚੜ੍ਹਦੀ ਜਵਾਨੀ ਤੋਂ ਲੈ ਕੇ ਜ਼ਿੰਦਗੀ ਦੇ ਅੰਤਲੇ ਪਲਾਂ ਤੱਕ ਅਸਾਰੂ ਸੋਚ, ਲੈਫਟ ਸੋਚ ਨਾਲ ਬੱਝੇ ਰਹੇ। ਆਪੋ ਆਪਣੇ ਕੰਮ ਕਰਨ ਦਾ ਢੰਗ ਹੁੰਦਾ, ਉਹਨੇ ਆਪੋ ਆਪਣੇ ਢੰਗ ਦੇ ਨਾਲ ਕੰਮ ਕੀਤਾ। ਜਿਸ ਦਿਨ ਸੰਸਕਾਰ ਸੀਗਾ ਪਿਛਲੇ ਸਾਲ ਮੋਹਨ ਸਿੰਘ ਹੁਣਾਂ ਦਾ, ਮੈਨੂੰ ਪਰਿਵਾਰ ਦੀ ਵੀ ਇਹ ਗੱਲ ਚੰਗੀ ਲੱਗੀ ਵੀ ਅੱਜ ਸਾਡਾ ਸਮਾਜ ਜਿੱਥੇ ਵਹਿਮਾਂ ਭਰਮਾਂ ਦੇ ਵਿੱਚ, ਡੇਰਾਵਾਦ ਦੇ ਵਿੱਚ, ਹੋਰ ਇੱਦਾਂ ਦੀਆਂ ਪੂਰਨਤਾਈਆਂ 'ਚ ਫਸਿਆ ਆ, ਮੋਹਨ ਸਿੰਘ ਹੁਣਾਂ ਦੀ ਸਿੱਖਿਆ ਦੇ ਨਾਲ, ਸਿੱਖਿਆ ਦੇ ਕਾਰਨ ਇਸ ਪਰਿਵਾਰ ਨੇ ਉਹਨਾਂ ਕਰੀਤੀਆਂ ਦੇ ਵਿੱਚੋਂ ਕਾਫੀ ਨਿਕਲਣ ਦੀ ਕੋਸ਼ਿਸ਼ ਕੀਤੀ। ਬਸ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ। ਮੈਂ ਇੱਕ ਸੁਨੇਹਾ ਮੇਰੇ ਵੱਲੋਂ ਜਾਂ ਉਹਨਾਂ ਦੀ ਸੋਚ ਵੱਲੋਂ ਇਹ ਆ ਵੀ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਫਿਲਾਸਫੀ ਜਿਹੜੀ ਅਗਾਂਹ ਵਧੂ ਵੀ ਆ, ਵਿਗਿਆਨਕ ਵੀ ਆ, ਲੋਕਾਂ ਨੂੰ ਸੇਧ ਦੇਣ ਵਾਲੀ ਵੀ ਆ। ਅਸੀਂ ਬਹੁਤੀ ਵਾਰੀ ਇਦਾਂ ਕਰੀਦਾ ਵੀ ਮੱਥਾ ਟੇਕਣ ਤੇ ਸੀਮਤ ਰਹਿ ਜਾਈਦਾ। ਮੈਂ ਸਮਝਦਾ ਵੀ ਜੇ ਮੋਹਨ ਸਿੰਘ ਹੋਣਾ ਦੀ ਸੋਚ ਨੂੰ ਤੁਸੀਂ ਅੱਗੇ ਲੈ ਕੇ ਜਾਣਾ, ਇਸ ਸਮਾਜ ਨੂੰ ਚੰਗਾ ਹੋਰ ਉਸਾਰਨਾ, ਤੇ ਸਾਨੂੰ ਵਹਿਮਾਂ ਭਰਮਾਂ ਦਾ ਤਿਆਗ ਕਰਨਾ ਪਊ। ਸਾਨੂੰ ਜਿਹੜਾ ਡੇਰਾਵਾਦ ਆ ਉਹਦੇ ਵਿੱਚੋਂ ਨਿਕਲਣਾ ਪਊ। ਸਾਨੂੰ ਵਿਗਿਆਨਕ ਸਮਝਦਾਰੀ ਅਪਣਾਉਣੀ ਪਊ। ਸਾਨੂੰ ਜੋ ਸਾਡੇ ਸਮਾਜ ਦੇ ਅੰਦਰ ਸਾਡੀ ਖਾਸ ਤੌਰ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੋ ਉਹ ਸਮਾਜ ਦੇ ਵਿੱਚ ਗਿਰਾਵਟਾਂ ਆਈਆਂ, ਉਹਦੇ ਵਿੱਚੋਂ ਨਿਕਲਣਾ ਪਊ। ਕਿਉਂਕਿ ਆਪਾਂ ਅੱਜ ਵੀ ਦੇਖਦੇ ਹਾਂ, ਕਈ ਵਾਰੀ ਅਸੀਂ ਗੱਲ ਕਰਦੇ ਹੁੰਦੇ ਹਾਂ ਵੀ ਅਸੀਂ ਧਰਮ ਲੋਕਾਂ ਦੀ, ਕੋਈ ਧਰਮ ਦਾ ਉਪਦੇਸ਼ ਲੋਕਾਂ ਦੀ ਬਿਹਤਰੀ ਲਈ ਹੁੰਦਾ, ਪਰ ਜੇ ਤੁਸੀਂ ਆਜ਼ਾਦੀ ਤੋਂ ਬਾਅਦ ਅਸੀਂ ਦੇਖੀਏ ਵੀ ਧਰਮ ਨੂੰ ਵਰਤ ਕੇ, ਚਾਹੇ ਉਹ 47 ਦੇ ਦੰਗੇ ਹੋਏ, ਲੱਖਾਂ ਲੋਕ ਮਾਰੇ ਗਏ, ਚਾਹੇ ਉਹ ਤੋਂ ਬਾਅਦ ਹੋਰ ਕਰਦਿਆਂ ਦਿੱਲੀ ਦੇ ਅੰਦਰ 84 ਦੇ ਦੰਗੇ ਹੋਏ, ਚਾਹੇ ਪੰਜਾਬ ਦੇ ਅੰਦਰ 20 ਸਾਲ ਹਨੇਰੀ ਚੱਲਦੀ ਰਹੀ, ਚਾਹੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੇ ਦੰਗੇ ਹੋਏ, ਚਾਹੇ ਅੱਜ ਤੋਂ 5-7 ਸਾਲ ਪਹਿਲਾਂ
ਯੂਪੀ ਦੇ ਵਿੱਚ ਸਹਾਰਨਪੁਰ ਗੁਰਦੁਆਰੇ ਤੇ ਮਸਜਿਦ ਦੇ ਨਾਂ ਤੇ ਦੰਗੇ ਹੋਏ, ਤੇ ਜੋ ਕੁਛ ਅੱਜ ਵੀ ਚੱਲ ਰਿਹਾ ਪਿਛਲੇ 7-8 ਸਾਲਾਂ ਤੋਂ ਜਿੱਦਾਂ ਦਾ ਹਾਕਮ ਦੇਸ਼ ਤੇ ਰਾਜ ਕਰ ਰਹੇ ਆ, ਇਹ ਸਾਰੇ ਨੇ ਸਾਡਾ ਵਾਤਾਵਰਣ ਗੰਦਲਾ ਕੀਤਾ ਹੋਇਆ। ਜੇ ਅਸੀਂ ਇਸ ਸਮਾਜ ਨੂੰ ਸੁਧਾਰਨਾ, ਅਸੀਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲ ਕੇ ਸਾਨੂੰ ਵਿਗਿਆਨਕ ਸੋਚ ਅਪਣਾਉਣੀ ਪਊਗੀ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਇਨਕਲਾਬੀ ਪੱਖ ਆ, ਜਿਹੜਾ ਮੈਂ ਸਮਝਦਾ ਵੀ ਸ਼ਾਇਦ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਬਣਦੀ, ਸ਼੍ਰੋਮਣੀ ਕਮੇਟੀ ਤੋਂ ਲੈ ਕੇ ਪਿੰਡ ਪੱਧਰ ਤੇ ਗੁਰਦੁਆਰੇ ਤੱਕ ਦੇ ਜਿਹੜੀਆਂ ਪ੍ਰਬੰਧਕ ਆ, ਉਹ ਉਹਨੇ ਨਿਭਾਈ ਨਹੀਂ। ਸਿਰਫ ਧਾਰਮਿਕ ਪੱਖ ਨਾਲ, ਕੀਰਤਨ ਨਾਲ, ਪਾਠ ਪੂਜਾ ਨਾਲ ਲੋਕਾਂ ਨੂੰ ਜੋੜਿਆ। ਮੇਰੀ ਇੱਕ ਬੇਨਤੀ ਆ ਆਪਣੇ ਵੱਲੋਂ ਵੀ ਜਿਹੜੀ ਜਾਤ ਦੇ ਵਿੱਚ ਆਪਾਂ ਬੈਠੇ ਆ ਐਡਾ ਉਹਨੇ ਪ੍ਰਬੰਧ ਕਰਕੇ ਦਿੱਤਾ ਪਰਿਵਾਰ ਨੇ ਵੀ ਇੱਥੋਂ ਕੋਈ ਗਿਆਨ ਦੀਆਂ ਗੱਲਾਂ, ਕੋਈ ਨਵੀਂ ਸੋਚ ਦੀਆਂ ਗੱਲਾਂ ਹੋਣ, ਤਾਂ ਜੇ ਅਸੀਂ ਸਾਰਾ ਕੁਝ ਕਰਨਾ ਤਾਂ ਮੇਰੀ ਬੇਨਤੀ ਆ ਪ੍ਰਬੰਧਕਾਂ ਨੂੰ ਵੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਇਨਕਲਾਬੀ ਪੱਖ, ਵਿਗਿਆਨਕ ਪੱਖ ਉਹ ਅੱਗੇ ਲੈ ਕੇ ਜਾਣਾ ਚਾਹੀਦਾ। ਇਹਨੇ ਸਾਡੇ ਸਮਾਜ ਦੇ ਵਿੱਚ ਬਰਾਬਰਤਾ ਪੈਦਾ ਕਰਨੀ ਆ, ਇਹਨੇ ਸਾਡੇ ਸਮਾਜ ਦੇ ਵਿੱਚੋਂ ਊਚ ਨੀਚ ਪੈਦਾ ਕਰਨੀਆਂ, ਇਹਨੇ ਸਾਡੇ ਸਮਾਜ ਦੇ ਵਿੱਚੋਂ ਜਾਤੀਵਾਦੀ ਭਿੰਨ ਭੇਦ ਖਤਮ ਕਰਨਾ। ਇਹਨਾਂ ਸ਼ਬਦਾਂ ਦੇ ਨਾਲ ਉਮੀਦ ਹੈ ਵੀ ਮੇਰੀਆਂ ਗੱਲਾਂ ਕਿਸੇ ਨੂੰ ਹੋ ਸਕਦਾ ਕੁਝ ਕੌੜੀਆਂ ਵੀ ਲੱਗੀਆਂ ਹੋਣ, ਪਰ ਮੈਂ ਆਪਣੇ ਵੱਲੋਂ, ਕਿਉਂਕਿ ਜਿਸ ਇਨਸਾਨ ਦੀ ਅਸੀਂ ਜਾਤ ਦੇ ਵਿੱਚ ਬੈਠੇ ਹਾਂ, ਫੇਰ ਇਹ ਫਾਇਦਾ ਵੀ ਉਹਦੀ ਸੰਬੰਧ ਦੇ ਵਿੱਚ ਜਿੱਦਾਂ ਦੀ ਉਹਨਾਂ ਦੀ ਸੋਚ ਸੀ ਅਸੀਂ ਉੱਦਾਂ ਦੀਆਂ ਗੱਲਾਂ ਕਰੀਏ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਬੈਠੀ ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਰਦਾਰ ਮੋਹਨ ਸਿੰਘ ਯਾਦਗਾਰੀ ਹਾਲ ਦੇ ਵਿੱਚ ਜਿੱਥੇ ਉਪਸਥਿਤ ਹਾਂ, ਅੱਜ ਪੂਰਾ 1 ਸਾਲ ਹੋ ਗਿਆ ਉਸ ਨਵੀਂ ਹੋਈ ਕ੍ਰਾਂਤੀਕਾਰੀ ਸੋਚ ਨੂੰ ਸਾਡੇ ਨਾਲੋਂ ਸਰੀਰਕ ਤੌਰ ਤੇ ਵਿਛੜਿਆ। ਪਰ ਇਤਿਹਾਸ ਕਹਿੰਦਾ, ਕਿਤਾਬਾਂ ਕਹਿੰਦੀਆਂ, ਇਨਸਾਨ ਦੁਨੀਆ ਤੇ ਆਉਂਦੇ ਆ, ਇਨਸਾਨ ਦੁਨੀਆ ਤੋਂ ਚਲੇ ਜਾਂਦੇ ਆ। ਪਰ ਕ੍ਰਾਂਤੀਕਾਰੀ ਸੋਚ, ਇੱਕ ਨਿਡਰ ਸੋਚ, ਸਮਾਜ ਛੱਡ ਕੇ ਜਾਣ ਵਾਲਿਆਂ ਦੀ ਹਮੇਸ਼ਾ ਹੀ ਵਾਰਤਾ ਲੰਬੀ ਹੁੰਦੀ ਆ। ਸਰਦਾਰ ਮੋਹਨ ਸਿੰਘ ਦੇ ਨਾਲ ਜਿੰਨਾ ਸਾਨੂੰ ਸਮਾਂ ਉਹਨਾਂ ਨਾਲ ਗੁਜ਼ਾਰਨ ਦਾ ਮਿਲਿਆ, ਜਿਵੇਂ ਕਿ ਬੜਾ ਕੁਝ ਉਹਨਾਂ ਕੋਲ ਸਿੱਖਿਆ ਅਸੀਂ, ਤੇ ਉਹਨਾਂ ਦੇ ਪਰਿਵਾਰ ਨੇ ਵੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦੀ ਸੋਚ ਮੁਤਾਬਕ ਅਸੀਂ ਸਮਾਜ ਲਈ, ਸਮਾਜ ਦੀ ਸੇਧ ਲਈ ਕੁਛ ਨਾ ਕੁਛ ਕਰਦੇ ਜ਼ਰੂਰ ਰਹਿਣਾ। ਉਸੇ ਸੋਚ ਵਿੱਚੋਂ ਉਤਪੰਨ ਹੋਇਆ ਇਹ ਵਿਚਾਰ ਕਿ ਸਾਡਾ ਬਹੁਤ ਵੱਡਾ ਨਗਰ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਲਾਇਬ੍ਰੇਰੀਆਂ ਦੀ ਬੜੀ ਘਾਟ ਆ, ਸਾਡੇ ਕੋਲ ਉਹਨਾਂ ਸਾਂਝੇ ਮੰਚਾਂ ਦੀ ਬੜੀ ਘਾਟ ਆ ਜਿੱਥੇ ਬੈਠ ਕੇ ਅਸੀਂ ਆਪਣੇ ਸਮਾਜ ਨੂੰ, ਆਪਣੇ ਸਮਾਜ ਦੇ ਆਉਣ ਵਾਲੇ ਭਵਿੱਖ ਨੂੰ ਚਿਤਰਨ ਸਕਦੇ ਹਾਂ, ਜਿੱਥੇ ਬੈਠ ਕੇ ਅਸੀਂ ਕੋਈ ਨਵੀਂ ਨਵੀਂ ਗੱਲ ਕਰ ਸਕਦੇ ਹਾਂ। ਇਸ ਸੋਚ ਨੂੰ ਲੈ ਕੇ ਜੋ ਪਰਿਵਾਰ ਨੇ ਪਿਛਲੇ ਸਾਲ ਹੀ ਇੱਕ ਉਦੋਂ ਉਪਰਾਲਾ ਕੀਤਾ ਸੀ, ਤੇ ਉਹ ਹਾਲ ਅੱਜ ਬਣ ਕੇ ਤਿਆਰ ਹੋ ਗਿਆ। ਇਸੇ ਕਾਰਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪਹਿਲੀ ਬਰਸੀ ਪਰਿਵਾਰ ਵੱਲੋਂ ਮਨਾਈ ਜਾ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਮੋਹਨ ਸਿੰਘ ਦੀ ਯਾਦ ਵਿੱਚ ਇਹ ਹਾਲ ਜਦੋਂ ਪੂਰਾ ਬਣ ਕੇ ਤਿਆਰ ਹੋ ਜਾਏਗਾ, ਪੂਰਾ ਫਰਨੀਚਰ ਲੱਗ ਜਾਏਗਾ, AC ਲੱਗ ਜਾਏਗਾ, ਪੂਰੀ ਤਰ੍ਹਾਂ ਤਿਆਰੀ ਕਰਕੇ ਇਹ ਸਮਾਜ ਨੂੰ ਸਮਰਪਿਤ ਕਰ ਦਿੱਤਾ ਜਾਏਗਾ। ਪਰਿਵਾਰ ਦੀ ਇਹ ਧਾਰਨਾ ਹੈ ਕਿ ਇਹ ਸਾਡੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ, ਇਹ ਸਾਰੇ ਹਾਲ ਦੀ ਸਾਡੀ ਹੋਊਗੀ, ਜੋ ਖਰਚਾ ਉਹ ਅਸੀਂ ਕਰਾਂਗੇ, ਪਰ ਇਹ ਹਾਲ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਆ ਉਹ ਸਾਡੇ ਸਮਾਜਿਕ ਚੇਤਨਤਾ ਲਈ, ਸਮਾਜਿਕ ਕੰਮਾਂ-ਕਾਰਾਂ ਲਈ, ਜਿਹੜੀਆਂ ਹੋਰ ਅਸਾਧੂ ਗਤੀਵਿਧੀਆਂ ਪਿੰਡ ਦੇ ਵਿੱਚ ਹੋਣਗੀਆਂ ਉਹਨਾਂ ਲਈ ਵਰਤਣ ਲਈ ਉਹ ਸਮਾਜ ਨੂੰ ਅਰਪਿਤ ਕਰ ਦਿੱਤਾ ਜਾਵੇਗਾ। ਜਿੱਥੇ ਇੱਕ ਬਹੁਤ ਵੱਡਾ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਵੇਗਾ ਜਿਹਦੇ ਵਿੱਚ ਸਾਰੇ ਪਾਰਟੀਆਂ ਦੇ ਨੁਮਾਇੰਦੇ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਉਹ ਵੀ ਆਮੰਤਰਿਤ ਕੀਤੇ ਜਾਣਗੇ ਤੇ ਕੋਸ਼ਿਸ਼ ਕੀਤੀ ਜਾਊਗੀ ਕਿ ਇਸ ਤਰ੍ਹਾਂ ਦੀ ਕਮੇਟੀ, ਇਸ ਤਰ੍ਹਾਂ ਦਾ ਟਰੱਸਟ ਬਣਾਇਆ ਜਾਵੇ ਜਿਹਦੇ ਵਿੱਚ ਸਾਰੇ ਭਾਈਚਾਰਿਆਂ ਦਾ ਏਦਾਂ ਦਾ ਹਿੱਸਾ ਹੋਵੇ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਵੀ ਇਹ ਸਰਦਾਰ ਮੋਹਨ ਸਿੰਘ ਦਾ ਪਰਿਵਾਰ ਹੀ ਜਿਹੜਾ ਬਣ ਗਿਆ ਹਾਲ ਦਾ। ਇਹ ਅੱਜ ਤੋਂ ਇਸ ਪਰਿਵਾਰ ਦਾ ਇਸ ਦੇ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਜ਼ਰੂਰ ਆ, ਪਰ ਇਹਦੇ ਮਾਲਕ ਆਮ ਪਿੰਡ ਦੇ ਨਾਗਰਿਕ ਆ। ਜੋ ਵੀ ਇਹ ਸਾਰੂ ਕੰਮ, ਜੋ ਵੀ ਲਾਇਬ੍ਰੇਰੀ ਦਾ, ਉਹ ਬੱਚਿਆਂ ਨੂੰ ਇੱਥੇ ਬੈਠ ਕੇ ਸਾਡੇ ਬਹੁਤ ਅਧਿਆਪਕ ਰਿਟਾਇਰ ਹੋਣ ਤੋਂ ਬਾਅਦ ਆਪਣੀ ਸੇਵਾ ਦੇਣਾ ਚਾਹੁੰਦੇ ਆ, ਬੱਚਿਆਂ ਨੂੰ ਟਿਊਸ਼ਨ ਦੀ ਜ਼ਰੂਰਤ ਆ। ਕੋਈ ਵੀ ਬੁੱਧੀਜੀਵੀ, ਕੋਈ ਟੀਚਰ ਰਿਟਾਇਰ ਇੱਥੇ ਆ ਕੇ ਬੱਚਿਆਂ ਨੂੰ ਬੈਠ ਕੇ ਪੜ੍ਹਾਉਣਾ ਚਾਹੁੰਦਾ ਹੋਵੇ, ਉਹਨੂੰ ਸਾਰੀ ਸੁੱਖ ਸਹੂਲਤਾਂ ਜਿਹੜੀ ਪਰਿਵਾਰ ਵੱਲੋਂ ਪ੍ਰੋਵਾਈਡ ਕਰਵਾਈ ਜਾਵੇਗੀ। ਇਹਨਾਂ ਗੱਲਾਂ ਬਹੁਤ ਨਹੀਂ, ਸਰਦਾਰ ਮੋਹਨ ਸਿੰਘ ਦੀ ਯਾਦ ਵਿੱਚ ਜਾਂ ਉਹਨਾਂ ਦੇ ਜੀਵਨ ਪ੍ਰਤੀ ਜਿੰਨਾ ਕੁਝ ਵੀ ਬੁਲਾਰੇ ਇੱਥੇ ਬੋਲ ਸਕਦੇ ਸੀ ਉਹਦੇ ਪੌਣੇ ਘੰਟੇ ਦੇ ਵਿੱਚ ਉਹ ਨਹੀਂ ਬੋਲ ਸਕੇ। ਕਾਰਨ ਇਹ ਸੀ
ਵੀ ਮੌਸਮ ਗਰਮੀ ਦਾ ਸੀ ਤਾਂ ਪਰਿਵਾਰ ਵੱਲੋਂ ਵੀ ਫੈਸਲਾ ਕੀਤਾ ਗਿਆ ਸੀ ਕਿ ਇਹ ਸਾਰੇ ਪਰਿਵਾਰ ਨੂੰ ਅੱਧੇ ਘੰਟੇ ਦਾ ਹੀ ਸਮਾਂ ਦਿੱਤਾ ਜਾਣਾ। ਸਾਡੇ ਕੋਲ ਸ੍ਰੀ ਰਵੀ ਸ਼ਰਮਾ ਜੀ ਥੋੜਾ ਲੇਟ ਪਹੁੰਚੇ ਆ, ਸਤਪਾਲ ਗਾਬਾ ਜੀ ਲੇਟ ਪਹੁੰਚੇ ਆ। ਵਿਚਾਰ ਅਸੀਂ ਉਹਨਾਂ ਦੇ ਵੀ ਸੁਣਨੇ ਸਨ, ਪਰ ਸਮੇਂ ਦੀ ਘਾਟ ਹੋਣ ਕਾਰਨ ਔਰ ਗਰਮੀ ਜ਼ਿਆਦਾ ਹੋਣ ਕਾਰਨ ਇਸ ਕਰਕੇ ਅੱਜ ਉਹਨਾਂ ਤੋਂ ਮਾਫੀ ਚਾਹੁੰਦੇ ਆ ਤੇ ਨਾਲ ਇੱਕ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਸੁਰਿੰਦਰਪਾਲ ਜੀ ਨੇ ਦੱਸਿਆ ਕਿ ਇਸ ਵੇਲੇ ਲੜਕੀਆਂ ਦੇ ਸਕੂਲਾਂ ਵਿੱਚ ਕਮਰਸ ਤੇ ਸਾਇੰਸ ਦਾ ਗਰੁੱਪ ਲੋਕ ਭਲਾਈ ਮੰਚ ਦੀ ਦੇਖ ਰੇਖ ਹੇਠ ਚੱਲ ਰਿਹਾ ਤੇ ਲੋਕ ਭਲਾਈ ਮੰਚ ਉਹਨਾਂ ਨੂੰ ਕੁੜੀਆਂ ਨੂੰ ਜਿਹੜੀਆਂ ਪ੍ਰਾਈਵੇਟ ਰੱਖੀਆਂ ਨੂੰ ਤਨਖਾਹ ਵੀ ਦੇ ਰਿਹਾ। ਸਾਡੇ ਬਹੁਤ NRI ਸਹਿਯੋਗ ਕਰ ਰਹੇ ਆ, ਸਾਡੇ ਮੈਂਬਰ ਵੀ ਸਹਿਯੋਗ ਕਰ ਰਹੇ ਆ। ਇਹਨਾਂ ਦੇ ਸਾਈ ਕੰਮਾਂ ਦੇ ਵਿੱਚ ਮੈਂ ਅੱਜ ਵੀ ਸੱਦਾ ਦੂੰਗਾ, ਪਿੰਡ ਦੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਜੇ ਸਾਡੀ ਇੱਕ ਲੜਕੀ ਪੜ੍ਹ ਕੇ ਵੀ ਕਿਸੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੀ ਆ ਤੇ ਸਾਡੀ ਉਹ ਸਾਰਿਆਂ ਦੀ ਇੱਕ ਬਹੁਤ ਵੱਡੀ ਗੱਲ ਹੋਊਗੀ। ਆਪਾਂ ਗੱਲ ਕਰਦੇ ਸੀ ਕਿ ਸਰਦਾਰ ਮੋਹਨ ਸਿੰਘ ਦੇ ਇਸ ਸਵਾਲ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਉਲੀਕੇ ਹੋਰ ਵੀ ਜਾਣਗੇ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰਨ ਦਾ ਉਪਰਾਲਾ ਪਰਿਵਾਰ ਵੱਲੋਂ ਕੀਤਾ ਜਾਂਦਾ, ਉਹ ਸਮੇਂ-ਸਮੇਂ ਤੇ ਉਹਦੀ ਰੂਪਰੇਖਾ ਤਿਆਰ ਵੀ ਕੀਤੀ ਜਾਊਗੀ, ਬਦਲੀ ਵੀ ਜਾਊਗੀ। ਹੁਣ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਸੰਗਤ ਨੇ ਬੜੇ ਲੰਬੇ ਸਮੇਂ ਤੋਂ ਪਰਿਵਾਰ ਦਾ ਸਾਥ ਦਿੱਤਾ ਤੇ ਇਹਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰੀ ਆ, ਉਹਨਾਂ ਦਾ ਬਹੁਤ ਧੰਨਵਾਦ ਔਰ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਤੇ ਨਾਲ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵੇਲੇ ਲੰਗਰ ਗੁਰੂ ਦਾ ਤਿਆਰ ਆ, ਇਹ ਉਪਰੰਤ ਸਭ ਨੇ ਲੰਗਰ ਛਕ ਕੇ ਜਾਣਾ। ਕਿਸੇ ਆਏ ਹੋਏ ਮਹਿਮਾਨ ਦੀ ਸੱਜਣ ਦੀ ਕਿਸੇ ਤਰ੍ਹਾਂ ਦੀ ਕੋਈ ਹਾਜ਼ਰੀ ਦੇ ਵਿੱਚ ਆਓ ਜੀਆਂ ਵਿੱਚ ਕੋਈ ਕਮੀ ਲੱਗੀ ਹੋਈ ਉਹਦੀ ਮਾਫੀ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਤੁਸੀਂ ਦੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।